ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਦਾ ਲੇਖ ਹੈ ਪੈਸਾ ਅਤੇ ਪ੍ਰਸੰਨਤਾ। ਜੇਕਰ ਪੈਸੇ ਤੋਂ ਤੁਹਾਨੂੰ ਕਿਆਸੀ ਹੋਈ ਪ੍ਰਸੰਨਤਾ ਨਹੀਂ ਮਿਲ ਰਹੀ ਤਾਂ ਸਪਸ਼ਟ ਹੈ ਕਿ ਤੁਸੀਂ ਪੈਸੇ ਨੂੰ ਠੀਕ ਢੰਗ ਨਾਲ ਵਰਤ ਨਹੀਂ ਰਹੇ। ਪੈਸੇ ਤੇ ਪ੍ਰਸੰਨਤਾ ਵਿਚਲਾ ਸੰਬੰਧ ਭਾਵੇਂ ਕਮਜ਼ੋਰ ਤੇ ਆਰਜੀ ਹੈ, ਪਰ ਇਹਦੇ ਬਾਵਜੂਦ ਪ੍ਰਸੰਨਤਾ ਲਈ ਪੈਸਾ ਬੜਾ ਜ਼ਰੂਰੀ ਹੈ। ਇਸ ਸੰਬੰਧ ਦੇ ਕਮਜ਼ੋਰ ਹੋਣ ਦਾ ਕਾਰਨ ਇਹ ਹੈ ਕਿ ਅਕਸਰ ਪੈਸੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਉਸਾਰੂ ਨਹੀਂ ਹੁੰਦਾ ਤੇ ਪ੍ਰਸੰਨਤਾ ਬਾਰੇ ਸਾਡੀ ਸਮਝ ਸਪਸ਼ਟ ਨਹੀਂ ਹੁੰਦੀ। ਜੇ ਜੀਵਨ 'ਚ ਕੋਈ ਉਦੇਸ਼ ਹੋਵੇ ਤਾਂ ਪੈਸਾ ਨਹੀਂ, ਜੱਦੋ-ਜਹਿਦ ਤੇ ਸਖਤ ਮਿਹਨਤ ਤੇ ਸਫਲਤਾ ਪ੍ਰਸੰਨਤਾ ਦੇ ਸਰੋਤ ਬਣ ਜਾਂਦੇ ਹਨ। ਖਿਡਾਰੀ ਚੈਂਪੀਅਨ ਬਣ ਕੇ, ਸੰਗੀਤਕਾਰ ਉਸਤਾਦ ਦੀ ਸ਼ਾਬਾਸ਼ ਤੇ ਸਰੋਤਿਆਂ ਦੀ ਪ੍ਰਸ਼ੰਸਾ ਪ੍ਰਾਪਤ ਕਰਕੇ, ਪਿਤਾ ਆਪਣੀ ਧੀ ਦੀਆਂ ਪ੍ਰਾਪਤੀਆਂ ਦਾ ਮਾਣ ਕਰਕੇ ਤੇ ਮਾਂ ਆਪਣੀ ਔਲਾਦ ਨੂੰ ਵੱਧਦਾ ਫੁੱਲਦਾ ਵੇਖ ਕੇ ਪ੍ਰਸੰਨ ਹੁੰਦੇ ਹਨ। ਫਰਾਂਸ ਸੰਸਾਰ ਦਾ ਇਕਮਾਤਰ ਦੇਸ਼ ਹੈ ਜਿਸ ਦੀ ਪਹਿਲੀ ਤਰਜੀਹ ਅਮੀਰ ਹੋਣਾ ਨਹੀਂ, ਖੁਸ਼ਹਾਲ ਹੋਣਾ ਹੈ। ਹਥਿਆਰਾਂ ਦੇ ਪੱਖੋਂ ਸ਼ਕਤੀਸ਼ਾਲੀ ਹੋਣਾ ਨਹੀਂ, ਸੱਭਿਆਚਾਰ ਤੇ ਕਲਾ ਦੇ ਪੱਖੋਂ ਅਮੀਰ ਹੋਣਾ ਹੈ। ਪੈਸੇ ਬਿਨਾਂ ਜੀਵਨ ਅਧੂਰਾ ਹੈ, ਪੈਸੇ ਬਿਨਾਂ ਪ੍ਰਸੰਨਤਾ ਅਸੰਭਵ ਹੈ। ਜਦੋਂ ਦੀ ਪੈਸੇ ਦੀ ਕਾਢ ਨਿਕਲੀ ਹੈ, ਇਸ ਦਾ ਮਹੱਤਵ ਨਿਰੰਤਰ ਵੱਧਦਾ ਹੀ ਚਲਾ ਗਿਆ ਹੈ। ਜਦੋਂ ਪੈਸਾ ਬੋਲਦਾ ਹੈ, ਸਾਰੇ ਧਿਆਨ ਨਾਲ ਸੁਣਦੇ ਹਨ। ਪੈਸਾ ਇੱਕ ਸਾਧਨ ਹੈ, ਇਸ ਬਿਨਾਂ ਜੀਵਨ ਦੀਆਂ ਸਹੂਲਤਾਂ ਨਹੀਂ ਉਪਜਦੀਆਂ ਅਤੇ ਸਹੂਲਤਾਂ ਤੋਂ ਬਿਨਾਂ ਕੁਝ ਵੀ ਕਰਨਾ ਅਕਸਰ ਸੰਭਵ ਨਹੀਂ ਹੁੰਦਾ। ਸਭ ਤੋਂ ਵੱਡੀ ਤੇ ਮੁੱਢਲੀ ਪ੍ਰਸੰਨਤਾ ਪੈਸਾ ਕਮਾਉਣ ਦੀ ਹੁੰਦੀ ਹੈ। ਦੂਜੀ ਵੱਡੀ ਪ੍ਰਸੰਨਤਾ ਪੈਸਾ ਕੋਲ ਹੋਣ ਦੀ ਹੁੰਦੀ ਹੈ। ਤੀਜੀ ਵੱਡੀ ਪ੍ਰਸੰਨਤਾ ਆਪਣੀ ਮਰਜ਼ੀ ਨਾਲ ਪੈਸਾ ਖਰਚਣ ਵਿੱਚ ਹੁੰਦੀ ਹੈ। ਬਹੁਤੇ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਮੁੱਢਲੇ ਤੇ ਨਾ ਟਾਲੇ ਜਾ ਸਕਣ ਵਾਲੇ ਖਰਚਿਆਂ ਦੀ ਭੇਟ ਚੜ੍ਹਦਾ ਹੈ। ਸੋ ਕਿਆਸੀ ਹੋਈ ਪ੍ਰਸੰਨਤਾ ਨੂੰ ਸੰਭਵ ਬਣਾਉਣ ਲਈ ਉਹਨਾਂ ਕੋਲ ਬਹੁਤ ਪੈਸਾ ਬਚਦਾ ਹੀ ਨਹੀਂ। ਆਮਦਨ ਜਾਂ ਪੈਸਾ ਵਧਣ ਨਾਲ ਸੋਚ ਢਿੱਲੀ ਪੈ ਜਾਂਦੀ ਹੈ ਤੇ ਸੋਚ ਢਿੱਲੀ ਪੈਣ ਹੋਣ ਕਾਰਨ ਜੀਵਨ ਸੁਖਾਲਾ ਨਹੀਂ ਹੁੰਦਾ, ਗੁੰਝਲਦਾਰ ਹੋ ਜਾਂਦਾ ਹੈ। ਸੁੱਖ ਵੱਧ ਜਾਂਦੇ ਹੈ ਪਰ ਸ਼ਾਂਤੀ ਘਟ ਜਾਂਦੀ ਹੈ। ਭੋਜਨ ਵੱਧ ਜਾਂਦਾ ਹੈ ਪਰ ਪੇਟ ਅਕਸਰ ਖਰਾਬ ਰਹਿੰਦਾ ਹੈ। ਚੀਜ਼ਾਂ ਖਰੀਦਣ ਦੀ ਸਮਰੱਥਾ ਵੱਧ ਜਾਂਦੀ ਹੈ ਪਰ ਸਿਹਤ ਦੀਆਂ ਸਮੱਸਿਆਵਾਂ ਉੱਭਰਨ ਲੱਗ ਪੈਂਦੀਆਂ ਹਨ। ਖਾਣ ਲਈ ਸਭ ਕੁਝ ਹੁੰਦਾ ਹੈ ਪਰ ਡਾਕਟਰ ਕਹਿੰਦਾ ਜੋ ਸਵਾਦ ਲੱਗਦਾ ਉਹ ਨਹੀਂ ਖਾਣਾ। ਪੈਸੇ ਨਾਲ ਲੋੜਵੰਦ ਭੈਣਾਂ ਭਰਾਵਾਂ ਦੀ ਮਦਦ ਕਰਨ ਦੇ ਅਵਸਰ ਵੱਧ ਜਾਂਦੇ ਹਨ ਪਰ ਗਲਤਫਹਿਮੀਆਂ ਉਪਜ ਪੈਂਦੀਆਂ ਹਨ। ਪੈਸੇ ਦੇ ਜ਼ੋਰ ਨਾਲ ਹੋਰਾਂ ਨਾਲੋਂ ਨਿਆਰੇ ਤੇ ਪ੍ਰਸੰਨ ਹੋਣ ਦੇ ਯਤਨ 'ਚ ਲੋਕ ਆਪਣੇ ਸਾਕਾਂ ਸੰਬੰਧੀਆਂ ਤੋਂ ਟੁੱਟ ਜਾਂਦੇ ਹਨ। ਬਾਣੀਆਂ ਬਿਰਤੀ ਵਾਲੇ ਲੋਕਾਂ ਲਈ ਪ੍ਰਸੰਨਤਾ ਦੇ ਕੋਈ ਅਰਥ ਨਹੀਂ। ਉਹਨਾਂ ਲਈ ਕੇਵਲ ਪੈਸਾ ਮਹੱਤਵਪੂਰਨ ਹੈ। ਇਸੇ ਕਾਰਨ ਉਹਨਾਂ ਦੇ ਨੈਣ ਨਕਸ਼ ਬੁਝੇ ਤੇ ਬੋਲ ਬਾਣੀ ਰੁੱਖੀ ਹੁੰਦੀ ਹੈ। ਅਜਿਹੇ ਵਿਅਕਤੀਆਂ ਦੇ ਹੋਰਾਂ ਨਾਲ ਸੰਬੰਧ ਸੁਖਾਵੇਂ ਨਹੀਂ ਹੁੰਦੇ। ਪੈਸਾ ਕਬਜ਼ੇ ਦੀ ਭਾਵਨਾ ਉਪਜਾਉਂਦਾ ਹੈ ਤੇ ਮਨੁੱਖ ਨੂੰ ਲਾਲਚੀ ਬਣਾਉਂਦਾ ਹੈ। ਕਬਜ਼ਾ ਤੇ ਲਾਲਚ ਪ੍ਰਸੰਨਤਾ ਦੇ ਦੁਸ਼ਮਣ ਹਨ। ਇਹ ਦੋਵੇਂ ਭਾਵਨਾਵਾਂ ਮਨੁੱਖ ਨੂੰ ਪਰੇਸ਼ਾਨ ਹੀ ਕਰਦੀਆਂ ਹਨ। ਨਿਰਸੰਦੇਹ ਕੁਝ ਵੀ ਕਰਨ ਲਈ ਪੈਸਾ ਬੜੀ ਵੱਡੀ ਪ੍ਰੇਰਨਾ ਹੈ ਤੇ ਪੈਸੇ ਨਾਲ ਪ੍ਰਸੰਨਤਾ ਮਿਲਦੀ ਹੈ, ਪਰ ਅਕਸਰ ਇਹ ਆਸ ਨਾਲੋਂ ਘੱਟ ਮਿਲਦੀ ਹੈ। ਪੈਸਾ ਮਨੁੱਖ ਨੂੰ ਆਪਣੀ ਮਰਜ਼ੀ ਕਰਨ ਦੀ ਸੁਤੰਤਰਤਾ ਤੇ ਆਪਣੇ ਸ਼ੌਕ ਤੇ ਇੱਛਾਵਾਂ ਪੂਰੀਆਂ ਕਰਕੇ ਪ੍ਰਸੰਨ ਹੋਣ ਦੀ ਖੁੱਲ੍ਹ ਦਿੰਦਾ ਹੈ, ਪਰ ਪੈਸਾ ਖਰਚ ਕੇ ਹਰ ਵੇਲੇ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਹਰ ਕੋਈ ਸੋਚਦਾ ਹੈ ਕਿ ਵਧੇਰੇ ਪੈਸਿਆਂ ਨਾਲ ਵਧੇਰੇ ਪ੍ਰਸੰਨਤਾ ਮਿਲੇਗੀ, ਪਰ ਐਵੇਂ ਹੁੰਦਾ ਨਹੀਂ, ਕਿਉਂਕਿ ਪੈਸੇ ਤੇ ਪ੍ਰਸੰਨਤਾ ਦਾ ਸੰਬੰਧ ਸਿੱਧਾ ਨਹੀਂ। ਇਹ ਕਹਿਣਾ ਵੀ ਯੋਗ ਨਹੀਂ ਕਿ ਪ੍ਰਸੰਨ ਕਰਨ ਵਾਲੀਆਂ ਚੀਜ਼ਾਂ ਕਿਧਰੇ ਮਿਲਦੀਆਂ ਹੀ ਨਹੀਂ, ਪਰ ਪ੍ਰਸੰਨਤਾ ਚੀਜ਼ਾਂ 'ਚੋਂ ਨਹੀਂ, ਉਹਨਾਂ ਦੀ ਲਾਭਕਾਰੀ ਵਰਤੋਂ 'ਚੋਂ ਮਿਲਦੀ ਹੈ। ਸੋ ਪ੍ਰਸੰਨਤਾ ਪੈਸੇ ਵਿੱਚੋਂ ਨਹੀਂ, ਪੈਸੇ ਦੀ ਸਹੀ ਵਰਤੋਂ ਰਾਹੀਂ ਮਿਲਦੀ ਹੈ। ਉਦਾਹਰਨ ਵਜੋਂ ਪੈਸਾ ਮਨੁੱਖ ਨੂੰ ਲੰਮੇਰਾ ਤੇ ਤੰਦਰੁਸਤ ਜੀਵਨ ਜਿਉਣ ਦੀ ਸਹੂਲਤ ਦਿੰਦਾ ਹੈ। ਇਸ ਲਈ ਚਿੰਤਾ ਤੇ ਅਚਾਨਕ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਪੈਸਾ ਹੋਣ ਕਾਰਨ ਦੋਸਤਾਂ ਤੇ ਪਰਿਵਾਰ ਨਾਲ ਵਧੇਰੇ ਸੁਹਾਵਣਾ ਤੇ ਸੁਖਾਵਾਂ ਸਮਾਂ ਗੁਜ਼ਾਰਨ ਦੀ ਸਹੂਲਤ ਮਿਲਦੀ ਹੈ। ਪੈਸੇ ਨਾਲ ਹੀ ਚੰਗੇਰੀ ਤੇ ਉਚੇਰੀ ਸਿੱਖਿਆ, ਚੰਗੇ ਮਕਾਨ 'ਚ ਰਹਿਣ ਤੇ ਦੂਰ ਦੁਰਾਡੀਆਂ ਥਾਵਾਂ ਤੇ ਆਉਣ ਜਾਣ ਦੀ ਸਹੂਲਤ ਮਿਲਦੀ ਹੈ। ਨਿਰਸੰਦੇਹ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਪਰ ਪੈਸੇ ਬਿਨਾਂ ਤਾਂ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ। ਤਸਵੀਰ ਦਾ ਦੂਜਾ ਪਾਸਾ ਵੀ ਵੇਖ ਲੈਣਾ ਚਾਹੀਦਾ ਹੈ। ਜਿਉਂ-ਜਿਉਂ ਕਿਸੇ ਕੋਲ ਪੈਸਾ ਵੱਧਦਾ ਹੈ, ਲਾਲਚ ਵਧਣ ਕਾਰਨ ਉਹਦਾ ਹੱਸਣਾ ਘਟਦਾ ਜਾਂਦਾ ਹੈ। ਚੀਜ਼ ਕੋਈ ਹੋਵੇ, ਉਹ ਖਰੀਦਣ ਤੋਂ ਪਹਿਲਾਂ ਹੀ ਵਿਸ਼ੇਸ਼ ਹੁੰਦੀ ਹੈ, ਉਹ ਸਾਡੀ ਬਣਦਿਆਂ ਹੀ ਸਧਾਰਨ ਹੋ ਜਾਂਦੀ ਹੈ।
ਦੂਜਿਆਂ ਦੇ ਪੈਸੇ ਨਾਲ ਖਰੀਦੀ ਚੀਜ਼ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਸ ਵਿੱਚੋਂ ਮਿਲਣ ਵਾਲੀ ਪ੍ਰਸੰਨਤਾ ਦੀ ਪੱਧਰ ਉੱਚੀ ਨਹੀਂ ਹੁੰਦੀ। ਕਿਸੇ ਮਹਿੰਗੇ ਯੰਤਰ ਦੇ ਖਰਾਬ ਹੁੰਦਿਆਂ ਹੀ ਉਸ ਵਿੱਚੋਂ ਮਿਲਣ ਵਾਲੀ ਪ੍ਰਸੰਨਤਾ ਪਰੇਸ਼ਾਨੀ ਬਣ ਜਾਂਦੀ ਹੈ। ਇੱਛਾਵਾਂ ਪੂਰੀਆਂ ਕਰਨ ਦੀ ਮਾਇਕ ਯੋਗਤਾ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ, ਪਰ ਇੱਛਾਵਾਂ ਪੂਰੀਆਂ ਕਰਨ ਦੀ ਸਮਰੱਥਾ ਤੇ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਸਾਦਾ ਤੇ ਸਰਲ ਜੀਵਨ ਖੁਸ਼ਹਾਲੀ ਦੀ ਨਿਸ਼ਾਨੀ ਹੁੰਦਾ ਹੈ। ਅਮੀਰ ਆਪਣੇ ਆਪ ਤੇ ਪੈਸਾ ਖਰਚ ਕਰਦੇ ਹਨ, ਖੁਸ਼ਹਾਲ ਵਿਅਕਤੀ ਆਪਣੀ ਦੌਲਤ ਨਾਲ ਸਮਾਜ ਦਾ ਪੱਧਰ ਉੱਚਾ ਚੁੱਕਦੇ ਹਨ। ਜ਼ਿੰਦਗੀ ਦੀਆਂ ਅਣਗਿਣਤ ਪਰਤਾਂ ਹਨ। ਢੇਰ ਸਾਰੇ ਪੈਸੇ ਕਮਾਉਣ ਖਰਚਣ ਮਗਰੋਂ ਹੀ ਪਤਾ ਲੱਗਦਾ ਹੈ ਕਿ ਕੇਵਲ ਪੈਸਾ ਨਾ ਸੰਤੁਸ਼ਟ ਕਰਦਾ ਹੈ, ਨਾ ਪ੍ਰਸੰਨ। ਕਿਸੇ ਚੀਜ਼ ਦੀ ਮਾਲਕੀ ਬੜੀ ਤਸੱਲੀ ਦਿੰਦੀ ਹੈ, ਪਰ ਤਸੱਲੀ ਤੇ ਪ੍ਰਸੰਨਤਾ ਦਾ ਸੁਭਾਅ ਵੱਖਰਾ ਹੁੰਦਾ ਹੈ। ਇਹ ਸਮਝ ਹੀ ਸਾਨੂੰ ਪ੍ਰਸੰਨ ਕਰਨ ਲਈ ਕਾਫੀ ਹੈ। ਪ੍ਰਸੰਨਤਾ ਆਪਣੇ ਅੰਦਰੋਂ ਤੇ ਸਮਾਜ ਵਿੱਚੋਂ ਉਪਜਦੀ ਹੈ। ਉਦਾਹਰਣ ਵਜੋਂ ਤੁਸੀਂ ਪੜ੍ਹੇ ਲਿਖੇ ਹੋ, ਕਿੰਨੇ ਪੈਸੇ ਮਿਲ ਜਾਣ ਕਿ ਤੁਸੀਂ ਅਨਪੜ੍ਹਾਂ 'ਚ ਰਹਿਣਾ ਪਸੰਦ ਕਰੋਗੇ? ਤੁਹਾਡੇ ਕੋਲ 2 ਗੁਰਦੇ ਤੇ 2 ਅੱਖਾਂ ਹਨ, ਇੱਕ ਵੇਚਣ ਨਾਲ ਲੱਖਾਂ ਰੁਪਏ ਮਿਲ ਸਕਦੇ ਹਨ। ਕੀ ਇਹ ਪੈਸੇ ਪ੍ਰਸੰਨਤਾ ਦੇਣਗੇ? ਸੋਚ ਕੇ ਪ੍ਰਸੰਨ ਹੋਵੋ ਕਿ ਕਿੰਨੀਆਂ ਮਹਿੰਗੀਆਂ ਚੀਜ਼ਾਂ ਕੁਦਰਤ ਨੇ ਮੁਫਤ ਦਿੱਤੀਆਂ ਹੋਈਆਂ ਹਨ। ਕੋਈ ਇਸਤਰੀ ਕਿੰਨੇ ਪੈਸੇ ਲੈ ਕੇ ਆਪਣੇ ਆਪ ਨੂੰ ਮਾਂ ਬਣਨ ਤੋਂ ਵਿਰਵਾ ਰੱਖਣ ਲਈ ਤਿਆਰ ਹੋ ਜਾਏਗੀ? ਰਾਜਧਾਨੀ ਦਾ ਵਾਸੀ ਕਿੰਨੇ ਪੈਸੇ ਲੈ ਕੇ ਕਿਸੇ ਦੂਰ ਦੁਰਾਡੇ ਪਛੜੇ ਪਿੰਡ 'ਚ ਰਹਿਣਾ ਪਸੰਦ ਕਰੇਗਾ? ਕੋਈ ਵਿਦਵਾਨ ਕਿੰਨੇ ਪੈਸੇ ਪ੍ਰਾਪਤ ਕਰਕੇ ਮੰਨ ਜਾਏਗਾ ਕਿ ਉਹ ਰਹਿੰਦੀ ਜ਼ਿੰਦਗੀ ਦੌਰਾਨ ਕੋਈ ਪੁਸਤਕ ਨਹੀਂ ਪੜ੍ਹੇਗਾ? ਕੁਝ ਨਵਾਂ ਖਰੀਦਣ ਪ੍ਰਾਪਤ ਕਰਨ ਸਮੇਂ ਆਪਣੀ ਖਰੀਦ ਸਮਰੱਥਾ ਦੇ ਵੱਧ ਜਾਣ ਦਾ ਅਹਿਸਾਸ ਪ੍ਰਸੰਨਤਾ ਦਿੰਦਾ ਹੈ, ਮਗਰੋਂ ਉਸ ਤੋਂ ਤਸੱਲੀ ਹੀ ਮਿਲਦੀ ਹੈ। ਜਦੋਂ ਚੀਜ਼ ਪੁਰਾਣੀ ਹੋ ਜਾਏ ਤਾਂ ਤਸੱਲੀ ਵੀ ਲੋਪ ਹੋ ਜਾਂਦੀ ਹੈ। ਜੇ ਆਪਣੀ ਕਿਸੇ ਜਾਇਦਾਦ ਦੀ ਕੀਮਤ ਵੱਧ ਜਾਏ ਤਾਂ ਤਸੱਲੀ ਵੱਧਦੀ ਹੈ, ਪ੍ਰਸੰਨਤਾ ਨਹੀਂ। ਪ੍ਰਸੰਨਤਾ ਨਵੇਂ ਅਨੁਭਵਾਂ 'ਚ ਹੁੰਦੀ ਹੈ, ਪੁਰਾਣੀਆਂ ਚੀਜ਼ਾਂ 'ਚ ਨਹੀਂ। ਪ੍ਰਸੰਨਤਾ ਅਕਸਰ ਜਿਗਿਆਸਾ ਤੇ ਦਿਲਚਸਪੀ 'ਚ ਹੁੰਦੀ ਹੈ। ਨਵੀਆਂ ਚੀਜ਼ਾਂ 'ਚ ਦਿਲਚਸਪੀ ਪ੍ਰਸੰਨ ਕਰੇਗੀ। ਨਿਰਸੰਦੇਹ ਪੈਸਾ ਸਾਨੂੰ ਮਨਮਰਜ਼ੀ ਕਰਨ ਦੀ ਸਹੂਲਤ ਦਿੰਦਾ ਹੈ, ਪਰ ਪੈਸੇ ਨਾਲ ਖਰਚਣ ਦੀ ਹੀ ਮਨਮਰਜ਼ੀ ਕੀਤੀ ਜਾ ਸਕਦੀ ਹੈ। ਮਨਮਰਜ਼ੀ ਨਾਲ ਜਦੋਂ ਅਸੀਂ ਕੋਈ ਮਹਿੰਗੀ ਚੀਜ਼ ਖਰੀਦਦੇ ਹਾਂ ਤਾਂ ਵੇਖਣ 'ਚ ਆਉਂਦਾ ਹੈ ਕਿ ਇਹ ਤਾਂ ਪਹਿਲਾਂ ਹੀ ਅਨੇਕਾਂ ਲੋਕਾਂ ਕੋਲ ਹੈ, ਸੋ ਉਸ ਚੀਜ਼ ਤੋਂ 81% ਫਿੱਕੀ ਪੈ ਜਾਂਦੀ ਹੈ ਤੇ ਉਹ ਚੀਜ਼ ਸਾਨੂੰ ਅਕਾਉਣ ਲੱਗ ਪੈਂਦੀ ਹੈ। ਪ੍ਰਸੰਨਤਾ ਇਸ ਲਈ ਵੀ ਨਹੀਂ ਵੱਧਦੀ ਕਿਉਂਕਿ ਸਾਡੀ ਪ੍ਰਸੰਨ ਹੋਣ ਦੀ ਸਮਰੱਥਾ ਬੜੀ ਸੀਮਤ ਹੁੰਦੀ ਹੈ। ਸਾਡੀ ਪ੍ਰਸੰਨਤਾ ਵਿੱਚ ਵੰਨ-ਸੁਵੰਨਤਾ ਦੀ ਘਾਟ ਹੋਣ ਕਾਰਨ ਅਸੀਂ ਕੁਝ ਹੀ ਚੀਜ਼ਾਂ ਦੀਆਂ ਅਨੇਕ ਵੰਨਗੀਆਂ ਖਰੀਦਣ ਲੱਗ ਪੈਂਦੇ ਹਾਂ ਤੇ ਫਿਰ ਖਰੀਦਿਆ ਸਭ ਕੁਝ ਕਬਾੜ ਲੱਗਣ ਲੱਗ ਪੈਂਦਾ ਹੈ। ਕਈ ਵਾਰ ਕੋਈ ਮਹਿੰਗੀ ਚੀਜ਼ ਕੇਵਲ ਇਸ ਲਈ ਖਰੀਦੀ ਜਾਂਦੀ ਹੈ ਕਿ ਉਹ ਸਾਲੇ, ਸਾਂਢੂ ਜਾਂ ਗਵਾਂਢੀ ਨੇ ਖਰੀਦੀ ਹੋਈ ਹੈ। ਜਿਨ੍ਹਾਂ ਕੋਲ ਪ੍ਰਸੰਨਤਾ ਦਾ ਕੋਈ ਸੰਕਲਪ ਨਹੀਂ ਹੁੰਦਾ, ਉਹ ਢੇਰ ਪੈਸਾ ਖਰਚ ਕੇ ਲੋਕਾਂ ਦੀ ਵਾਹ-ਵਾਹ ਕਮਾਉਣ ਦੀ ਥਾਂ ਈਰਖਾ ਭਰੀ ਅਪਰਵਾਨਗੀ ਹੀ ਕਮਾਉਂਦੇ ਹਨ। ਲੋਕ ਪੈਸਾ ਠੀਕ ਢੰਗ ਨਾਲ ਇਸ ਲਈ ਨਹੀਂ ਖਰਚਦੇ ਕਿਉਂਕਿ ਪੈਸਾ ਖਰਚਣ ਦਾ ਕੋਈ ਸਰਵ ਪ੍ਰਵਾਨਿਤ ਠੀਕ ਢੰਗ ਹੈ ਹੀ ਨਹੀਂ। ਹਰ ਕੋਈ ਆਪਣੀ ਦ੍ਰਿਸ਼ਟੀ ਤੇ ਮੂਰਖਤਾ ਅਨੁਸਾਰ ਪੈਸਾ ਖਰਚਦਾ ਹੈ। ਪੈਸੇ ਬਾਰੇ ਧਾਰਮਿਕ ਦ੍ਰਿਸ਼ਟੀਕੋਣ ਵੀ ਜਾਣ ਲੈਣਾ ਚਾਹੀਦਾ ਹੈ। ਭਾਰਤੀ ਧਰਮਾਂ ਨੇ ਪੈਸੇ ਨੂੰ ਨਿੰਦ ਕੇ ਇਹਦਾ ਲਾਲਚ ਵਧਾ ਦਿੱਤਾ ਹੈ। ਭਾਰਤ ਲਈ ਜੋ ਪਾਪ ਤੇ ਮਾਇਆ ਹੈ, ਅਮਰੀਕਾ ਲਈ ਉਹ ਤਾਕਤ ਤੇ ਸਰਮਾਇਆ ਹੈ। ਧਰਮ ਦੀ ਦ੍ਰਿਸ਼ਟੀ ਤੋਂ ਪੈਸਾ ਪਾਪ ਨਾਲ ਜੁੜਿਆ ਹੋਇਆ, ਪਰ ਇਹੀ ਪੈਸਾ ਜੇ ਧਾਰਮਿਕ ਸਥਾਨ ਤੇ ਚੜਾਵਾ ਬਣ ਜਾਏ ਤਾਂ ਪੁੰਨ ਬਣ ਜਾਂਦਾ ਹੈ। ਕੀ ਪੈਸੇ ਨਾਲ ਚੰਗਾ ਇਨਸਾਨ ਬਣਿਆ ਜਾ ਸਕਦਾ ਹੈ? ਧਰਮ ਲਈ ਪ੍ਰਸੰਨਤਾ ਨਹੀਂ, ਨੇਕ ਵਿਹਾਰ ਵਧੇਰੇ ਮਹੱਤਵਪੂਰਨ ਹੁੰਦਾ ਹੈ। ਨੇਕ ਵਿਹਾਰ ਨੂੰ ਹੀ ਧਰਮ ਕਿਹਾ ਜਾਂਦਾ ਹੈ। ਧਰਮ ਮਨੁੱਖ ਨੂੰ ਲਾਲਚ ਤੋਂ ਵਰਜਦਾ ਹੈ ਤੇ ਤਰਕ ਦਿੰਦਾ ਹੈ ਕਿ ਇੱਕ ਵੇਲੇ ਇੱਕ ਹੀ ਘਰ 'ਚ ਰਿਹਾ ਜਾ ਸਕਦਾ ਹੈ, ਇੱਕ ਵੇਲੇ ਕੱਪੜਿਆਂ ਦਾ ਇੱਕ ਹੀ ਜੋੜਾ ਪਾਇਆ ਜਾ ਸਕਦਾ ਹੈ। ਭਾਰਤੀ ਧਰਮਾਂ ਨੇ ਪੈਸੇ ਨੂੰ ਸਮੂਹਕ ਵਿਕਾਸ ਲਈ ਸਰੋਤ ਵਜੋਂ ਵੇਖਿਆ ਹੀ ਨਹੀਂ। ਪੈਸੇ ਸੰਬੰਧੀ ਸੰਕਲਪ ਸੰਕੀਰਣ ਹੋਣ ਕਾਰਨ ਅਸੀਂ ਪੈਸੇ ਨੂੰ ਵਿਕਾਸ ਨਾਲ ਨਹੀਂ ਜੋੜਿਆ, ਇਸ ਨੂੰ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਅੰਗ ਬਣਾ ਦਿੱਤਾ ਹੈ। ਧਰਮ ਅਨੁਸਾਰ ਪੈਸਾ ਵਿਅਕਤੀਗਤ ਪੱਧਰ ਤੇ ਜੀਵਨ ਲੋੜਾਂ ਪੂਰੀਆਂ ਕਰਨ ਦਾ ਸਾਧਨ ਹੈ, ਪਰ ਜਦੋਂ ਪੈਸਾ ਹੀ ਹਰ ਚੀਜ਼ ਦਾ ਮਾਪ ਤੋਲ ਤੇ ਜੀਵਨ ਦਾ ਇੱਕਮਾਤਰ ਉਦੇਸ਼ ਬਣ ਜਾਏ ਤਾਂ ਇਹ ਵਿਅਕਤੀ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ ਤੇ ਮਨੁੱਖ ਵਿੱਚ ਵਿਨਾਸ਼ਕਾਰੀ ਆਦਤਾਂ ਨੂੰ ਜਨਮ ਦਿੰਦਾ ਹੈ। ਪੈਸੇ ਨਾਲ ਆਪਣੇ ਵਿਸ਼ੇਸ਼ ਹੋਣ ਦਾ ਭਰਮ ਉਪਜਦਾ ਹੈ। ਧਰਮ ਪਦਾਰਥਕ ਨਹੀਂ, ਰੂਹਾਨੀ ਵਿਕਾਸ ਦਾ ਪੱਖ ਪੂਰਦਾ ਹੈ। ਧਰਮ ਦੀ ਦ੍ਰਿਸ਼ਟੀ ਤੋਂ ਪੈਸਾ ਪ੍ਰਸੰਨ ਨਹੀਂ, ਪਰੇਸ਼ਾਨ ਕਰਦਾ ਹੈ। ਇਹ ਨੇਕੀ ਨਹੀਂ, ਬਦੀ ਫੈਲਾਉਂਦਾ ਹੈ। ਪੈਸੇ ਤੋਂ ਪ੍ਰਸੰਨਤਾ ਪ੍ਰਾਪਤ ਕਰਨ ਬਾਰੇ ਨਿਰਣੇ ਤਾਂ ਆਪ ਕਰਨੇ ਪੈਣਗੇ, ਪਰ ਕੁਝ ਸੁਝਾਅ ਦਿੱਤੇ ਤੇ ਵਿਚਾਰੇ ਜਾ ਸਕਦੇ ਹਨ।
ਮਹਿੰਗੀਆਂ ਚੀਜ਼ਾਂ ਖਰੀਦਣ ਦੀ ਪ੍ਰਵਿਰਤੀ ਦਿਖਾਵੇ ਤੋਂ ਪ੍ਰੇਰਿਤ ਹੋਣ ਕਰਕੇ ਪ੍ਰਸੰਨਤਾ ਨਹੀਂ ਦਿੰਦੀ, ਸਾੜਾ ਉਪਜਾਉਂਦੀ ਹੈ। ਲੋੜ ਚੀਜ਼ਾਂ ਖਰੀਦਣ ਦੀ ਨਹੀਂ, ਅਨੁਭਵ ਖਰੀਦਣ ਦੀ ਹੈ। ਸਧਾਰਨ ਲੋਕ ਚੀਜ਼ਾਂ ਖਰੀਦਦੇ ਹਨ, ਸਿਆਣੇ ਲੋਕ ਅਨੁਭਵ ਵੀ ਖਰੀਦਦੇ ਹਨ। ਕਸਰਤ ਕਰਨ ਦੀ ਮਸ਼ੀਨ ਖਰੀਦਣ ਦੀ ਥਾਂ ਸੈਰ ਕਰਨ ਦਾ ਅਨੁਭਵ ਵਧੇਰੇ ਪ੍ਰਸੰਨ ਕਰੇਗਾ। ਕਸਰਤ ਦੀ ਮਸ਼ੀਨ ਪ੍ਰਸੰਨਤਾ ਨਹੀਂ ਦਿੰਦੀ ਕਿਉਂਕਿ ਉਹ ਖਰੀਦੀ ਜਾਂਦੀ ਹੈ ਤੇ ਕੁਝ ਦਿਨਾਂ ਮਗਰੋਂ ਵਰਤੀ ਨਹੀਂ ਜਾਂਦੀ। ਘਰ ਦੇ ਅੰਦਰ ਮਸ਼ੀਨ ਦੇ ਸਾਰੇ ਪਾਸੇ ਕੰਧਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲਗਾਤਾਰ ਵੇਖਣਾ ਅਕਾਊ ਹੁੰਦਾ ਹੈ। ਸੈਰ ਕਰਦਿਆਂ ਭਾਂਤ-ਭਾਂਤ ਦੇ ਲੋਕ ਮਿਲਦੇ ਹਨ, ਦਰਖਤ ਦਿਸਣਗੇ, ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ, ਤਾਜ਼ੀ ਹਵਾ ਮਿਲੇਗੀ, ਖੁੱਲ੍ਹ ਦਾ ਆਨੰਦ ਆਏਗਾ। ਸੈਰ ਕਰਨ ਨਾਲ ਸਵੈ ਵਿਸ਼ਵਾਸ ਵੱਧਦਾ ਹੈ। ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ, ਸੈਰ ਕਰਦੇ ਹੀ ਤੰਦਰੁਸਤ ਹਨ। ਚੰਗੀ ਸਿਹਤ ਸੈਰ ਕਰਨ ਦਾ ਫਲ ਨਹੀਂ ਹੁੰਦੀ, ਚੰਗੀ ਸਿਹਤ ਸੈਰ ਕਰਨ ਦਾ ਕਾਰਨ ਹੁੰਦੀ ਹੈ। ਜਿਸ ਦੀ ਸਿਹਤ ਚੰਗੀ ਹੈ, ਮਨ ਤੰਦਰੁਸਤ ਹੈ, ਉਹ ਸੈਰ ਕਰੇਗਾ। ਸੈਰ ਦੌਰਾਨ ਉਤਸ਼ਾਹ ਉਪਜਦਾ ਹੈ, ਨਵੇਂ ਵਿਚਾਰ ਸੁਝਦੇ ਹਨ, ਕਲਪਨਾ ਜਾਗਦੀ ਹੈ। ਕਈ ਸਾਨੂੰ ਮਿਲਦੇ ਹਨ, ਕਈਆਂ ਨੂੰ ਅਸੀਂ ਮਿਲਦੇ ਹਾਂ। ਪ੍ਰਸੰਨਤਾ ਦਾ ਸੁਨਹਿਰੀ ਨਿਯਮ ਹੈ ਕਿ ਵਸਤਾਂ ਵਿੱਚੋਂ ਨਹੀਂ, ਕੁਦਰਤ ਦੇ ਅਨੁਭਵਾਂ 'ਚੋਂ ਮਿਲੇਗੀ। ਪੈਸੇ ਨਾਲ ਕੁਦਰਤ ਦੇ ਨਵੇਂ ਨਜ਼ਾਰੇ ਮਾਣੋ, ਨਵੀਆਂ ਧਰਤੀਆਂ, ਨਵੀਆਂ ਥਾਵਾਂ ਗਾਹੋ, ਨਵੇਂ ਲੋਕਾਂ ਨੂੰ ਮਿਲੋ, ਨਵੇਂ ਪਹਿਰਾਵੇ ਵੇਖੋ, ਨਵੇਂ ਪਕਵਾਨ ਖਾਓ, ਦੂਰ ਦੁਰਾਡੇ ਜਾਣ, ਅਜਨਬੀਆਂ 'ਚ ਵਿਚਰਨ, ਸੋਹਣੇ ਚਿਹਰੇ ਵੇਖਣ, ਨਵੀਆਂ ਆਵਾਜ਼ਾਂ ਸੁਣਨ, ਨਵੇਂ ਵਰਤਾਰੇ ਮਾਨਣ ਨਾਲ ਪੱਖਪਾਤ ਘਟਣਗੇ। ਅਜਿਹਾ ਕਰਨ ਨਾਲ ਚੜ੍ਹਦੀ ਕਲਾ ਦਾ ਅਨੁਭਵ ਹੋਏਗਾ, ਹਿਰਦੇ 'ਚ ਵਿਸ਼ਾਲਤਾ ਤੇ ਮਨ 'ਚ ਉਦਾਰਤਾ ਆਏਗੀ। ਜਿੰਨਾ ਸੰਸਾਰ ਅਸੀਂ ਵੇਖਦੇ ਹਾਂ ਉਨਾ ਹੀ ਅਸੀਂ ਆਪ ਫੈਲਦੇ ਹਾਂ। ਆਪਣੇ ਹਰ ਅਨੁਭਵ ਦੇ ਕੇਂਦਰ 'ਚ ਅਸੀਂ ਆਪ ਹੁੰਦੇ ਹਾਂ। ਆਪਣੇ ਅਨੁਭਵ ਬਾਰੇ ਸੋਚ ਕੇ ਵੀ ਪ੍ਰਸੰਨਤਾ ਮਿਲਦੀ ਹੈ, ਜਦਕਿ ਚੀਜ਼ਾਂ ਬਾਰੇ ਸੋਚਣ ਨਾਲ ਕੋਈ ਤਸੱਲੀ ਨਹੀਂ ਮਿਲਦੀ। ਕੋਈ ਇੱਕ ਬਹੁਤ ਮਹਿੰਗੀ ਚੀਜ਼ ਖਰੀਦਣ ਦੀ ਥਾਂ ਨਿੱਕੀਆਂ ਨਿੱਕੀਆਂ ਕਈ ਚੀਜ਼ਾਂ ਖਰੀਦਣ ਨਾਲ ਪ੍ਰਸੰਨਤਾ ਵੱਧਦੀ ਹੈ। ਗਹਿਣੇ ਬਹੁਤ ਮਹਿੰਗੇ ਹੁੰਦੇ ਹਨ ਪਰ ਲਿਪਸਟਿਕ ਮਹਿੰਗੀ ਨਹੀਂ ਹੁੰਦੀ। ਪਰ ਗਹਿਣਿਆਂ ਨਾਲੋਂ ਸਲੀਕੇ ਨਾਲ ਲਾਈ ਲਿਪਸਟਿਕ ਬੁੱਲਾਂ ਨੂੰ ਹੀਰਿਆਂ ਨਾਲੋਂ ਵੀ ਮਹਿੰਗੇ ਗਹਿਣੇ ਬਣਾ ਦਿੰਦੀ ਹੈ। ਪਤੀ ਪਤਨੀ ਦੇ ਪਰਸਪਰ ਸੁਖਾਵੇਂ ਸੰਬੰਧ ਪ੍ਰਸੰਨਤਾ ਉਪਜਾਉਂਦੇ ਹਨ। ਇਸ ਨਾਲ ਇਸਤਰੀ ਅਨੁਭਵ ਦੀ ਡੂੰਘਾਈ ਬਣ ਜਾਂਦੀ ਹੈ ਤੇ ਪੁਰਸ਼ ਸਿਖਰ ਹੋ ਨਿਬੜਦਾ ਹੈ। ਬੱਚੇ ਸਾਡੀ ਪ੍ਰਸੰਨਤਾ ਨੂੰ ਗੂੜਾ ਕਰਦੇ ਹਨ। ਇਵੇਂ ਜਿੰਨੀ ਤੁਹਾਡੀ ਜਾਣ ਪਛਾਣ ਵਧੇਰੇ ਹੋਏਗੀ ਓਨੇ ਤੁਸੀਂ ਵਧੇਰੇ ਪ੍ਰਸੰਨ ਹੋਵੋਗੇ। ਜਿੰਨੇ ਵਧੇਰੇ ਪ੍ਰਸੰਨ ਹੋਗੇ ਓਨੇ ਵਧੇਰੇ ਤੰਦਰੁਸਤ ਹੋਗੇ, ਓਨੇ ਬਿਮਾਰ ਘੱਟ ਹੋਗੇ। ਪ੍ਰਸੰਨ ਤੇ ਤੰਦਰੁਸਤ ਵਿਅਕਤੀਆਂ ਦੀ ਜਾਣ ਪਛਾਣ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਹੈ। ਇਸਤਰੀ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪ੍ਰਸੰਨਤਾ ਉਪਜਾਉਂਦੀ ਹੈ। ਇਸਤਰੀ ਆਪ ਰੌਣਕ ਹੈ। ਇਹਦੇ ਨੈਣ ਨਕਸ਼ਾਂ, ਹਰਕਤਾਂ ਤੇ ਪਹਿਰਾਵੇ 'ਚ ਰੌਣਕ ਹੁੰਦੀ ਹੈ। ਇਹ ਜ਼ਿੰਦਗੀ ਦੀ ਸਿਰਜਕ ਹੈ। ਜਿੱਥੇ ਜ਼ਿੰਦਗੀ ਹੋਏਗੀ ਉੱਥੇ ਰੌਣਕ ਹੋਏਗੀ, ਜਿੱਥੇ ਰੌਣਕ ਹੋਏਗੀ ਉੱਥੇ ਪ੍ਰਸੰਨਤਾ ਵੀ ਹੋਏਗੀ। ਖੇਤਰ ਕੋਈ ਹੋਵੇ, ਸਾਡਾ ਅਨੇਕਾਂ ਹੋਰਾਂ ਨਾਲ ਵਾਹ ਪੈਂਦਾ ਹੈ। ਜਿਨ੍ਹਾਂ ਨਾਲ ਸਾਡਾ ਵਾਹ ਪੈਂਦਾ ਹੈ ਉਹਨਾਂ ਦੇ ਵਿਕਾਸ ਵਿੱਚ ਸਹਾਈ ਹੋਣ ਨਾਲ, ਜੱਦੋ-ਜਹਿਦ ਤੇ ਯਤਨ ਕਰਨ ਵਾਲਿਆਂ ਨੂੰ ਸ਼ਾਬਾਸ਼ ਦੇਣ ਨਾਲ, ਰੁਕਿਆਂ ਨੂੰ ਰਵਾਨਾ ਕਰਨ ਨਾਲ, ਹੋਰਾਂ ਨੂੰ ਕੁਝ ਕਰਨ ਲਈ ਪ੍ਰੇਰਨਾ ਨਾਲ ਪ੍ਰਸੰਨਤਾ ਮਿਲਦੀ ਹੈ। ਨਿੱਕੇ ਨਿੱਕੇ ਤੋਹਫੇ ਜਾਂ ਇਨਾਮ ਦੇਣ ਨਾਲ ਸ਼ੁਭ ਚਿੰਤਕ ਉਪਜਦੇ ਹਨ ਜਿਹੜੇ ਸਾਡੀ ਪ੍ਰਸੰਨਤਾ ਦਾ ਸਰੋਤ ਬਣਦੇ ਹਨ। ਜਿਸ ਵਿਅਕਤੀ ਨੂੰ ਆਪਣੇ ਕੰਮ, ਪਰਿਵਾਰ ਤੇ ਰੁਜ਼ਗਾਰ 'ਚੋਂ ਤਸੱਲੀ ਨਹੀਂ ਮਿਲਦੀ, ਉਸ ਕੋਲ ਭਾਵੇਂ ਕਿੰਨੀਆਂ ਵੀ ਚੀਜ਼ਾਂ ਹੋਣ, ਭਾਵੇਂ ਕਿੰਨਾ ਵੀ ਪੈਸਾ ਹੋਵੇ, ਉਹ ਪ੍ਰਸੰਨ ਨਹੀਂ ਹੋ ਸਕਦਾ। ਬਹੁਤ ਲੰਮੀ ਉਮਰ ਵਾਲੀਆਂ ਮਹਿੰਗੀਆਂ ਚੀਜ਼ਾਂ ਉਵੇਂ ਜੰਜਾਲ ਬਣ ਜਾਂਦੀਆਂ ਹਨ ਜਿਵੇਂ ਨਵ ਜਨਮੇ ਬੱਚੇ ਲਈ ਵੱਡਾ ਤੇ ਮਹਿੰਗਾ ਪੰਘੂੜਾ 1-1.5 ਸਾਲ ਮਗਰੋਂ ਕਮਰੇ 'ਚ ਰੁਕਾਵਟ ਬਣ ਜਾਂਦਾ ਹੈ। ਬਹੁਤ ਲੰਮੀਆਂ ਗਰੰਟੀਆਂ ਕਿਸੇ ਕੰਮ ਨਹੀਂ ਆਉਂਦੀਆਂ। ਜੇ ਬਹੁਤ ਮਹਿੰਗੀਆਂ ਚੀਜ਼ਾਂ ਖਰੀਦੋਗੇ ਤਾਂ ਉਹਨਾਂ ਦੇ ਖਰਾਬ ਹੋ ਜਾਣ, ਗੁਆਚ ਜਾਣ ਜਾਂ ਚੋਰੀ ਹੋ ਜਾਣ ਦੀ ਚਿੰਤਾ ਵੀ ਖਰੀਦੀ ਜਾਏਗੀ। ਜਦੋਂ ਮਹਿੰਗੀ ਚੀਜ਼ ਦਾ ਨਵਾਂ ਮਾਡਲ ਆਏਗਾ ਤੁਹਾਨੂੰ ਪੁਰਾਣਾ ਮਾਡਲ ਖਰੀਦਣ ਦੇ ਆਪਣੇ ਫੈਸਲੇ ਦਾ ਪਛਤਾਵਾ ਹੋਏਗਾ। ਮਹਿੰਗੀਆਂ ਚੀਜ਼ਾਂ ਦੇ ਮਾਡਲ ਜਲਦੀ ਬਦਲਦੇ ਹਨ। ਅਨੁਭਵਾਂ ਜਾਂ ਤਜਰਬਿਆਂ ਦੀ ਥਾਂ ਅਸੀਂ ਚੀਜ਼ਾਂ ਇਸ ਲਈ ਵਧੇਰੇ ਖਰੀਦਦੇ ਹਾਂ ਕਿਉਂਕਿ ਸੋਫੇ, ਕਾਲੀਨ, ਕੰਪਿਊਟਰ ਆਦਿ ਚੀਜ਼ਾਂ ਨਾਲ ਇਕਸੁਰ ਹੋਣਾ ਸੌਖਾ ਹੁੰਦਾ ਹੈ। ਪਰ ਇਹ ਚੀਜ਼ਾਂ ਕੁਝ ਦਿਨਾਂ 'ਚ ਹੀ ਸਧਾਰਨ ਬਣ ਜਾਂਦੀਆਂ ਹਨ। ਅਨੁਭਵ ਤੇ ਵਿਅਕਤੀ ਸਾਨੂੰ ਚੀਜ਼ਾਂ ਨਾਲੋਂ ਵਧੇਰੇ ਪ੍ਰਸੰਨ ਕਰਦੇ ਹਨ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੋਈ ਵੀ ਪ੍ਰਸੰਨਤਾ ਖਾਲਸ ਨਹੀਂ ਹੁੰਦੀ। ਲੱਖਾਂ ਰੁਪਏ ਦੀ ਖਰੀਦੀ ਘੜੀ ਨਾਲ ਵਕਤ ਕੀਮਤੀ ਨਹੀਂ ਹੋ ਜਾਂਦਾ। ਝੀਲ ਦੇ ਕਿਨਾਰੇ ਮਕਾਨ ਦਾ ਬੜਾ ਸੁੰਦਰ ਨਜ਼ਾਰਾ ਹੋਏਗਾ ਪਰ ਮੱਛਰਾਂ ਦੀ ਭਰਮਾਰ ਵੀ ਹੋਏਗੀ। ਮੋਟਾ ਕਰਨ ਵਾਲੀਆਂ ਚੀਜ਼ਾਂ ਨੂੰ ਖਰੀਦਣਾ ਮੁਲਤਵੀ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਮੋਟਾਪਾ ਬਣ ਕੇ ਜੀਵਨ ਭਰ ਪਰੇਸ਼ਾਨ ਕਰਦੀਆਂ ਹਨ। ਕੋਈ ਚੀਜ਼ ਖਰੀਦਣ ਤੋਂ ਪਹਿਲਾਂ ਸੋਚੋ ਕਿ ਕੀ
ਇਹ ਤੁਹਾਡੀ ਕਾਰਜ-ਕੁਸ਼ਲਤਾ ਵਧਾਏਗੀ ਕਿ ਸਾੜਾ ਉਪਜਾਏਗੀ। ਜੇ ਤੁਸੀਂ ਕੋਈ ਚੀਜ਼ ਦਿਖਾਵੇ ਲਈ ਖਰੀਦ ਰਹੇ ਹੋ ਤਾਂ ਸਭ ਨੂੰ ਦਿਸਣ ਵਾਲੀ ਲੰਮੀ ਕਾਰ ਤੰਗ ਰਸਤੇ ਤੇ ਵੱਧ ਥਾਂ ਘੇਰਨ ਕਰਕੇ ਗੁਆਂਢੀਆਂ ਨਾਲ ਤੁਹਾਡੇ ਸੰਬੰਧ ਵਿਗਾੜੇਗੀ। ਵੇਖਿਆ ਗਿਆ ਕਿ ਜੇ ਮਨੁੱਖ ਹੋਰਾਂ ਦੀ ਪ੍ਰਸੰਨਤਾ ਦਾ ਧਿਆਨ ਨਹੀਂ ਰੱਖਦਾ ਤਾਂ ਆਪ ਵੀ ਪ੍ਰਸੰਨ ਨਹੀਂ ਹੁੰਦਾ। ਜੀਵਨ 'ਚ ਪ੍ਰਸੰਨਤਾ ਦੇ ਘਟਣ ਦਾ ਇੱਕ ਕਾਰਨ ਇਹ ਹੈ ਕਿ ਬਹੁਤੀਆਂ ਚੀਜ਼ਾਂ ਹੋਰਾਂ ਦੀ ਨਕਲ ਕਰਕੇ ਲਈਆਂ ਜਾਂਦੀਆਂ ਹਨ। ਕਿਸੇ ਚੀਜ਼ ਦੀ ਲਾਲਸਾ ਕਰਨ ਤੋਂ ਪਹਿਲਾਂ ਵੇਖ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਕੋਲ ਇਹ ਚੀਜ਼ ਹੈ ਉਹ ਕਿੰਨੇ ਕੁ ਪ੍ਰਸੰਨ ਹਨ। ਜਿਹੜੀ ਚੀਜ਼ ਕਦੇ ਵਰਤੀ ਨਹੀਂ, ਵਰਤਣੀ ਆਉਂਦੀ ਨਹੀਂ, ਵਰਤਣ ਦੀ ਲੋੜ ਨਹੀਂ, ਉਹ ਭਾਵੇਂ ਮੁਫਤ ਮਿਲੇ ਨਾ ਲਓ। ਕਈ ਜੂਸ ਕੱਢਣ ਜਾਂ ਕੌਫੀ ਬਣਾਉਣ ਦੀ ਮਸ਼ੀਨ ਖਰੀਦ ਲੈਂਦੇ ਆ, ਪਰ ਵਰਤਣ ਉਪਰੰਤ ਇਹਨਾਂ ਨੂੰ ਸਾਫ਼ ਕਰਨ ਦਾ ਝੰਜਟ ਇਹਨਾਂ ਨੂੰ ਵਰਤਣ ਦਾ ਉਤਸ਼ਾਹ ਮਾਰ ਦਿੰਦਾ ਹੈ। ਕੁਝ ਲੋਕ ਕੁਝ ਖਰੀਦਣ ਤੋਂ ਪਹਿਲਾਂ ਕਈ ਦੁਕਾਨਾਂ ਤੇ ਜਾਂਦੇ ਹਨ। ਅਜਿਹੇ ਲੋਕ ਕੁਝ ਵੀ ਖਰੀਦਣ ਉਪਰੰਤ ਸੋਚਣਗੇ ਇਹ ਨਹੀਂ, ਉਹ ਖਰੀਦਣੀ ਚਾਹੀਦੀ ਸੀ। ਇਹ ਵਾਸਤਵ 'ਚ ਬਹੁਤਾਤ ਦਾ ਪਛਤਾਵਾ ਹੁੰਦਾ ਹੈ। ਜਿਨ੍ਹਾਂ ਚੀਜ਼ਾਂ ਦੀ ਬਾਜ਼ਾਰ 'ਚ ਵੰਨਗੀਆਂ ਦੇ ਪੱਖੋਂ ਭਰਮਾਰ ਹੁੰਦੀ ਹੈ, ਉਹਨਾਂ 'ਚੋਂ ਸਹੀ ਚੀਜ਼ ਖਰੀਦੀ ਹੀ ਨਹੀਂ ਜਾ ਸਕਦੀ। ਇੱਕ ਸੂਟ ਖਰੀਦਣ ਜਾਓਗੇ, 3 ਖਰੀਦੋਗੇ, ਤਸੱਲੀ ਫੇਰ ਵੀ ਨਹੀਂ ਹੋਏਗੀ। ਬਹੁਤਾਤ ਤੇ ਤਸੱਲੀ ਦੋਵੇਂ ਇੱਕੋ ਵੇਲੇ ਸੰਭਵ ਨਹੀਂ ਹੁੰਦੀਆਂ। ਪ੍ਰਸੰਨ ਬਿਰਤੀ ਵਾਲੇ ਲੋਕ ਹੋਰਾਂ 'ਚ ਸਾਂਝਾ ਵੇਖਦੇ ਹਨ ਤੇ ਉਹ ਚੀਜ਼ਾਂ ਖਰੀਦਦੇ ਹਨ ਜਿਨ੍ਹਾਂ ਨੂੰ ਵਧੇਰੇ ਲੋਕਾਂ ਨੇ ਖਰੀਦਿਆ ਹੁੰਦਾ ਹੈ। ਕਈ ਹੋਰਾਂ ਤੋਂ ਨਿਆਰੇ ਹੋਣਾ ਚਾਹੁੰਦੇ ਹਨ। ਅਜਿਹੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹ ਚੀਜ਼ ਖਰੀਦਾਂਗਾ ਜਿਹੜੀ ਕਿਸੇ ਕੋਲ ਨਹੀਂ ਹੋਏਗੀ। ਅਜਿਹੇ ਲੋਕਾਂ 'ਚ ਹਉਮੈ ਵਧੇਰੇ ਹੁੰਦੀ ਹੈ। ਇਹ ਨਫ਼ਰਤ ਨਾਲ ਭਰੇ ਹੁੰਦੇ ਹਨ। ਇਹ ਹੋਰਾਂ ਨੂੰ ਤਾਂ ਨੀਵੇਂ ਸਿੱਧ ਕਰ ਦਿੰਦੇ ਹਨ, ਪਰ ਆਪ ਉੱਚੇ ਸਿੱਧ ਨਹੀਂ ਹੁੰਦੇ। ਇਹ ਕਦੇ ਪ੍ਰਸੰਨ ਨਹੀਂ ਹੁੰਦੇ। ਇਹਨਾਂ ਦੇ ਘਰ ਸਮਾਨ ਨਾਲ ਭਰੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਪੁਰਾਣੀਆਂ ਚੀਜ਼ਾਂ ਤੋਂ ਖਹਿੜਾ ਛਡਾਉਣ ਦੀ ਸਮਰੱਥਾ ਨਹੀਂ ਹੁੰਦੀ। ਭਿੰਨਤਾ ਦੇ ਅਜਿਹੇ ਅਭਿਲਾਸ਼ੀ ਆਪਣੀ ਔਕਾਤ ਤੇ ਲੋੜ ਨਾਲੋਂ ਵਡੇਰੀ ਕੋਠੀ ਉਸਾਰ ਕੇ ਵਿਹਾਰ ਦੇ ਪੱਖੋਂ ਉੱਭਰਦੇ ਨਹੀਂ, ਨਿੱਘਰਦੇ ਹਨ। ਇਹ ਕਿਸੇ ਨਾਲ ਨਹੀਂ ਬੋਲਦੇ। ਇਹਨਾਂ ਨਾਲ ਕੋਈ ਨਹੀਂ ਬੋਲਦਾ। ਪਹਿਲਾਂ ਖਰੀਦੋ ਮਗਰੋਂ ਅਦਾਇਗੀ ਕਰੋ ਵਾਲੀ ਕ੍ਰੈਡਿਟ ਕਾਰਡ ਵਾਲੀ ਪ੍ਰਣਾਲੀ ਅਨੇਕਾਂ ਦੀ ਬਰਬਾਦੀ ਦਾ ਕਾਰਨ ਬਣ ਰਹੀ ਹੈ। ਇਸ ਨਾਲ ਪ੍ਰਸੰਨਤਾ ਕੁਝ ਪਲ ਹੀ ਮਿਲਦੀ ਹੈ, ਪਰ ਅਦਾਇਗੀ ਦੀ ਪੀੜ ਲੰਮਾ ਅਰਸਾ ਰਹਿੰਦੀ ਹੈ। ਪਹਿਲਾਂ ਕਮਾਓ ਫਿਰ ਖਰਚੋ ਦੀ ਨੀਤੀ ਪ੍ਰਸੰਨਤਾ ਦਾ ਆਧਾਰ ਹੁੰਦੀ ਹੈ। ਜੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਾਧਨ ਹਨ ਤਾਂ ਜਿਉਣਾ ਮੁਲਤਵੀ ਨਾ ਕਰੋ। ਪ੍ਰਸੰਨਤਾ ਚੀਜ਼ਾਂ ਤੇ ਨਿਰਭਰ ਨਹੀਂ ਕਰਦੀ, ਮਾਨਸਿਕ ਅਵਸਥਾ ਤੇ ਨਿਰਭਰ ਕਰਦੀ ਹੈ। ਪ੍ਰਸੰਨਤਾ ਪੈਸੇ ਦੇ ਜ਼ੋਰ ਨਾਲ ਕਿਸੇ ਥਾਂ ਪਹੁੰਚਣ ਦਾ ਨਾਮ ਨਹੀਂ। ਜਿੱਥੇ ਖਲੋਤੇ ਹੋ ਉੱਥੇ ਹੀ ਪ੍ਰਸੰਨਤਾ ਪਛਾਣਨ ਦੀ ਕਲਾ ਹੈ। ਆਪਣੀ ਚੇਤਨਾ ਖੋਲੋ, ਜ਼ਿੰਦਗੀ ਦੇ ਨਵੇਂ ਦਿਸਦੇ ਦਿਸਣ ਲੱਗ ਪੈਣਗੇ। ਆਪਣੇ ਸੀਮਤ ਘੇਰੇ ਚੋਂ ਬਾਹਰ ਨਿਕਲੋ, ਵਿਸ਼ਾਲਤਾ ਦੇ ਦੀਦਾਰ ਹੋਣਗੇ। ਜੋ ਚੀਜ਼ਾਂ ਤੁਹਾਡੇ ਕੋਲ ਹਨ ਪ੍ਰਸੰਨਤਾ ਲਈ ਉਹ ਕਾਫੀ ਹਨ। ਪ੍ਰਸੰਨਤਾ ਉਹਨਾਂ ਚੀਜ਼ਾਂ ਤੋਂ ਹੀ ਮਿਲੇਗੀ। ਨਿਰੋਲ ਪੈਸੇ ਦੇ ਬਲ ਨਾਲ ਖਰੀਦੀਆਂ ਨਵੀਆਂ ਚੀਜ਼ਾਂ ਇਹਨਾਂ ਦਾ ਸੁਧਰਿਆ ਰੂਪ ਹੋ ਸਕਦੀਆਂ ਹਨ, ਪਰ ਉਹ ਕੋਈ ਨਵੀਂ ਪ੍ਰਸੰਨਤਾ ਨਹੀਂ ਸਿਰਜ ਸਕਦੀਆਂ। ਪਰੇਸ਼ਾਨੀ ਭਾਵੇਂ ਸਿਰਜ ਦੇਣ, ਕਿਉਂਕਿ ਅਕਸਰ ਨਵੇਂ ਯੰਤਰ ਪੁਰਾਣੇ ਮਾਲਕਾਂ ਨੂੰ ਪਸੰਦ ਨਹੀਂ ਕਰਦੇ। ਤੁਹਾਡੀ ਬਹੁਤ ਮਹਿੰਗੀ ਕਾਰ ਸਾਰੇ ਜਾਣੂਆਂ ਦੇ ਵਿਹਾਰ ਨੂੰ ਬਨਾਵਟੀ ਬਣਾ ਦੇਗੀ, ਕਿਉਂਕਿ ਉਹ ਅੰਦਰੋਂ ਸਾੜਾ ਤੇ ਬਾਹਰੋਂ ਪ੍ਰਸ਼ੰਸਾ ਦਾ ਨਾਟਕ ਕਰਨਗੇ। ਅਜਿਹੇ ਵਿਹਾਰ ਦਾ ਕਾਰਨ ਇਹ ਹੁੰਦਾ ਕਿ ਕਾਰ ਸੁੱਖ ਨੂੰ ਧਿਆਨ 'ਚ ਰੱਖ ਕੇ ਨਹੀਂ ਖਰੀਦੀ ਗਈ, ਦਿਖਾਉਣ ਲਈ ਖਰੀਦੀ ਗਈ ਹੈ। ਕਿਸੇ ਅਧਿਆਪਕ ਜਾਂ ਡਾਕਟਰ ਦੀ ਬਹੁਤ ਵੱਡੀ ਕਾਰ ਉਹਦੇ ਯੋਗ ਤੇ ਮਾਹਿਰ ਹੋਣ ਦਾ ਪ੍ਰਭਾਵ ਨਹੀਂ ਪਾਉਂਦੀ, ਉਹਦੇ ਹੋਛੇ ਹੋਣ ਦਾ ਪ੍ਰਮਾਣ ਬਣਦੀ ਹੈ। ਕਿਉਂਕਿ ਸਮਾਜ ਚਾਹੁੰਦਾ ਹੈ ਕਿ ਡਾਕਟਰ ਤੇ ਅਧਿਆਪਕ ਆਦਿ ਸਾਦਾ ਤੇ ਸਮਾਜ ਸੇਵਾ ਵਾਲਾ ਜੀਵਨ ਜਿਉਣ। ਜਦੋਂ ਤੱਕ ਪੈਸੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਉਸਾਰੂ ਤੇ ਸਹੀ ਨਹੀਂ ਹੁੰਦਾ, ਪੈਸੇ ਵਿੱਚੋਂ ਪ੍ਰਸੰਨਤਾ ਦਾ ਉਪਜਣਾ ਸੰਭਵ ਨਹੀਂ ਹੋਏਗਾ। ਪੈਸੇ ਬਾਰੇ ਦ੍ਰਿਸ਼ਟੀਕੋਣ ਸਹੀ ਹੋਣ ਦੀ ਪਰਖ ਇਹ ਹੈ ਕਿ ਕੀ ਸਾਡੇ ਪੈਸੇ ਨਾਲ ਹੋਰਾਂ ਨੂੰ ਪ੍ਰਸੰਨਤਾ ਮਿਲ ਰਹੀ ਹੈ। ਧੰਨਵਾਦ।